हेलो एवरीवन, वेलकम टू ब्राइड इंस्टीट्यूट मोहाली। तो आज हम देखेंगे पंजाब जीके का सेकंड लेक्चर। ठीक है, तो चलो ਆਪਾਂ ਪਹਿਲਾਂ ਦੇਖ ਲੈਂਦੇ ਹਾਂ ਕਿ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ। ਚਲੋ ਸਟਾਰਟ ਕਰਦੇ ਹਾਂ। ਸਿੱਖੀਜ਼ਮ ਬਾਰੇ ਅੱਜ ਪੜ੍ਹਦੇ ਹਾਂ ਤੇ ਸਿੱਖ ਪੰਥ ਦੀ ਸਥਾਪਨਾ ਕਿਵੇਂ ਹੋਈ। ਠੀਕ ਹੈ, ਉਹ ਸਾਰਾ ਕੁਝ ਆਪਾਂ ਪੜਾਂਗੇ ਤੇ ਬਾਕੀ ਗੁਰੂਆਂ ਦਾ ਜਿਹੜਾ ਟੌਪਿਕ ਹੈ ਉਹ ਪੰਜਾਬ ਜੀਕੇ ਦੇ ਵਿੱਚ ਮੋਸਟ ਇੰਪੋਰਟੈਂਟ ਹੈ, ਕਿਉਂਕਿ ਇੱਕ ਤੋਂ ਦੋ ਕੁਐਸਚਨ ਹਰ ਵਾਰ ਪੁੱਛੇ ਹੀ ਜਾਂਦੇ ਆ, ਹਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਕਈ ਵਾਰ ਬਿਲਕੁਲ ਸਿੰਪਲ ਹੀ ਕੁਐਸਚਨ ਪੁੱਛ ਲੈਂਦੇ ਆ, ਜਿਵੇਂ 2016 ਦੇ ਵਿੱਚ ਪੁੱਛੇ ਸੀ ਕਿ ਤੀਜੇ ਗੁਰੂ ਕੌਣ ਨੇ, ਹੈ ਨਾ। ਤਾਂ ਇਹ ਇਦਾਂ ਦੇ ਸਿੰਪਲ ਕੁਐਸਚਨ ਵੀ ਪੁੱਛ ਲੈਂਦੇ। ਕਈ ਵਾਰ ਪੀਸੀਐਸ ਵਰਗੇ ਪੇਪਰਾਂ ਦੇ ਵਿੱਚ ਇਦਾਂ ਦੇ ਕੁਐਸਚਨ ਵੀ ਪੁੱਛ ਲੈਂਦੇ ਕਿ ਏਤੀ ਮਾਰ ਪਈ ਗੁਰਲਾਣੇ ਇਹ ਕਿਸ ਗੁਰੂ ਨੇ ਕਿਹਾ ਸੀਗਾ, ਕਿਸ ਮੁਗਲ ਬਾਦਸ਼ਾਹ ਦੇ ਸੰਦਰਭ ਦੇ ਵਿੱਚ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਿੱਖੀਜ਼ਮ ਦੇਖ ਲੈਂਦੇ ਹਾਂ। ਤੇ ਪਹਿਲੀ ਜਿਹੜੀ ਡੇਟ ਹੈ ਉਹ ਸਿੱਖੀਜ਼ਮ ਦੇ ਵਿੱਚ ਮੰਨੀ ਜਾਂਦੀ ਹੈ 1469 ਈਸਵੀ। 1469 ਈਸਵੀ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ 1469 ਈਸਵੀ ਵਿੱਚ। ਇਨ ਵਿਚ ਦਾ ਫਾਊਂਡਰ ਆਫ ਦੀ ਫੇਥ ਗੁਰੂ ਨਾਨਕ ਦੇਵ ਜੀ ਵਾਸ ਬੋਰਨ, ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਨ ਇੰਡੀਆ ਦਿਸ ਵਾਸ ਦੀ ਪੀਰੀਅਡ ਆਫ ਦੀ ਭਗਤੀ ਮੂਵਮੈਂਟ। ਭਾਰਤ ਦੇ ਵਿੱਚ ਇਸ ਟਾਈਮ ਤੇ ਭਗਤੀ ਮੂਵਮੈਂਟ ਹੈ ਜਿਹੜੀ ਉਹ ਚੱਲ ਰਹੀ ਸੀ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਕਿ ਸਿੱਖ ਵਰਡ ਦਾ ਮਤਲਬ ਕੀ ਹੈ। ਸਿੱਖ ਵਰਡ ਦਾ ਮਤਲਬ ਕੀ ਹੈ? ਸਿੱਖ ਇੱਕ ਸੰਸਕ੍ਰਿਤ ਵਰਡ ਹੈ ਜਿਸ ਦਾ ਮਤਲਬ ਹੁੰਦਾ ਸ਼ਿਸ਼ਯ। ਸ਼ਿਸ਼ਯ ਮਤਲਬ ਕਿ ਸ਼ਿਸ਼ਯ। ਠੀਕ ਹੈ, ਸ਼ਿਸ਼ਯ ਦਾ ਮਤਲਬ ਹੁੰਦਾ ਚੇਲਾ, ਡਿਸਿਪਲ ਜਾਂ ਸ਼ਾਗਿਰਦ, ਜੋ ਵੀ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਦਾ ਪਾਲੀ ਵਰਡ ਆਫ ਸੇਖਾ, ਇੱਕ ਪਾਲੀ ਲੈਂਗੁਏਜ ਦੇ ਵਿੱਚ ਵਰਡ ਹੈ ਸੇਖਾ। ਉਹਦਾ ਮਤਲਬ ਸਿੱਖ ਦਾ ਮਤਲਬ ਸੇਖਾ ਹੁੰਦਾ ਤੇ ਉਸਦਾ ਮਤਲਬ ਅੰਡਰ ਦਾ ਟ੍ਰੇਨਿੰਗ ਆਫ ਰਿਲੀਜੀਅਸ ਡਾਕਟਰੀਨ, ਕਿ ਕਿਸੇ ਧਰਮ ਦੇ ਹੇਠ ਸਿਖਲਾਈ ਲੈਣ ਵਾਲਾ ਬੰਦਾ, ਉਹਦਾ ਮਤਲਬ ਵੀ ਇਨਡਾਇਰੈਕਟਲੀ ਚੇਲਾ ਹੀ ਹੈ। The Punjabi form of the word means that disciples of Guru Nanak Dev Ji and his 9 spiritual successors। ਤੇ ਪੰਜਾਬੀ ਦੇ ਵਿੱਚ ਸਿੱਖ ਵਰਡ ਦਾ ਮਤਲਬ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਅਤੇ ਉਹਨਾਂ ਦੇ ਜਿਹੜੇ ਅੱਗੇ 9 ਗੁਰੂ ਹੋਰ ਹੋਏ ਨੇ, ਉਹਨਾਂ ਤੋਂ ਬਾਅਦ ਉਹਨਾਂ ਦੇ ਸਕਸੈਸਰਸ, ਉਹਨਾਂ ਨੂੰ ਮੰਨਣ ਵਾਲੇ ਨੂੰ ਸਿੱਖ ਕਿਹਾ ਜਾਂਦਾ। ਚਲੋ ਅੱਗੇ ਦੇਖਦੇ ਹਾਂ ਸਿੱਖ ਦਾ ਮਤਲਬ ਲੀਗਲੀ ਕੀ ਹੈ। ਲੀਗਲੀ ਸਿੱਖ ਦਾ ਮਤਲਬ, ਮੇਰੇ ਕਹਿਣ ਦਾ ਮਤਲਬ ਹੈ ਅਕੋਰਡਿੰਗ ਟੂ ਸਿੱਖ ਗੁਰਦੁਆਰਾਸ ਐਕਟ 1925। ਠੀਕ ਹੈ, ਇਹ ਐਕਟ ਦੇ ਅਕੋਰਡਿੰਗ ਸਿੱਖ ਦਾ ਮਤਲਬ ਕੀ ਹੈ? ਸਿੱਖ ਮੀਨਸ ਅ ਪਰਸਨ ਹੂ ਪ੍ਰੋਫੈਸਿਸ ਦਾ ਸਿੱਖ ਰਿਲੀਜਨ, ਕਿ ਸਿੱਖ ਉਹ ਹੈ ਜੋ ਸਿੱਖ ਧਰਮ ਨੂੰ ਫੋਲੋ ਕਰਦਾ। The person shall be deemed to be Sikh if he she affirms faith in the 10 gurus, the Guru Granth Sahib and in no other religion। ਕਿ ਜੋ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ 10 ਗੁਰੂ, ਜਿਹੜੇ 9 ਗੁਰੂ ਹੋਰ ਆਏ ਉਹਨਾਂ ਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਰੱਖਦਾ ਹੈ ਤੇ ਕਿਸੇ ਹੋਰ ਧਰਮ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਰੱਖਦਾ, ਤਾਂ ਉਸ ਨੂੰ ਸਿੱਖ ਕਿਹਾ ਜਾਂਦਾ ਹੈ, ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ। ਸਭ ਤੋਂ ਪਹਿਲਾਂ ਪਹਿਲੇ ਸਿੱਖ ਗੁਰੂ ਕਿਹੜੇ ਨੇ? ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਜਿੱਥੇ ਕਿ ਹੁਣ ਨਨਕਾਣਾ ਸਾਹਿਬ ਬਣਿਆ ਹੋਇਆ ਪਾਕਿਸਤਾਨ ਦੇ ਵਿੱਚ, ਉੱਥੇ ਜਨਮ ਹੋਇਆ। ਉਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ, ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਬੇਦੀ। ਠੀਕ ਹੈ, ਸਪਾਊਸ ਮਤਲਬ ਕਿ ਉਹਨਾਂ ਦੀ ਵਾਈਫ ਦਾ ਨਾਮ ਬੀਬੀ ਸੁਲੱਖਣੀ ਜੀ ਸੀ, ਤੇ 2 ਬੇਟੇ ਸੀ ਉਹਨਾਂ ਦੇ, ਸ਼੍ਰੀ ਚੰਦ ਜੀ ਅਤੇ ਲక్ష్ਮੀ ਦਾਸ ਜੀ। ਤੇ ਇੱਕ ਗੱਲ ਹੋਰ, ਜੇਕਰ ਤੁਹਾਨੂੰ ਕਿਸੇ ਵੀ ਡਾਊਟ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ, ਤੇ ਮੈਂ ਉਸ ਤੋਂ ਬਾਅਦ ਕਮੈਂਟ ਪੜ੍ਹ ਕੇ ਨੈਕਸਟ ਕਲਾਸ ਦੇ ਵਿੱਚ ਤੁਹਾਨੂੰ ਉਹ ਤੁਹਾਡਾ ਡਾਊਟ ਕਲੀਅਰ ਕਰ ਦੂੰਗਾ। ਠੀਕ ਹੈ, ਚਲੋ। ਤੇ ਇਹਨਾਂ ਦੀ ਕੰਪੋਜੀਸ਼ਨਸ ਮਤਲਬ ਕਿ ਇਹਨਾਂ ਦੀਆਂ ਰਚਨਾਵਾਂ ਗੁਰੂ ਸਾਹਿਬ ਦੀਆਂ ਕਿਹੜੀਆਂ ਨੇ? ਜਪਜੀ ਸਾਹਿਬ ਇਹਨਾਂ ਨੇ ਲਿਖਿਆ, ਆਸਾ ਦੀ ਵਾਰ, ਓਂਕਾਰ, ਸਿੱਧ ਗੋਸ਼ਟ, 12 ਮਾਹ, 947 ਸ਼ਲੋਕ ਨੇ ਜਿਹੜੇ ਉਹ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਐਨਲਾਈਟਨਮੈਂਟ ਮਤਲਬ ਕਿ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀਗੀ? ਬੇਈ ਨਦੀ ਦੇ ਵਿੱਚ।
ਸਿਟੀ ਫਾਊਂਡਡ, ਕਿਹੜੇ ਸਿਟੀ ਦੀ ਇਹਨਾਂ ਨੇ ਸਥਾਪਨਾ ਕੀਤੀ? ਕਰਤਾਰਪੁਰ ਸ਼ਹਿਰ ਦੀ। ਕਰਤਾਰਪੁਰ ਸ਼ਹਿਰ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਤੇ ਇਹਨਾਂ ਨੇ ਲੰਗਰ ਪ੍ਰਥਾ ਦੀ ਸਥਾਪਨਾ ਕੀਤੀ ਸੀ, ਕਿ ਲੰਗਰ ਪ੍ਰਥਾ ਇੰਟਰੋਡਿਊਸ ਕੀਤੀ। ਉਸ ਤੋਂ ਬਾਅਦ ਮੁਗਲ ਐਂਪਰਰ, ਉਹਨਾਂ ਦੇ ਟਾਈਮ ਤੇ ਕੌਣ ਸੀਗਾ? ਬਾਬਰ ਤੇ ਸ਼ੇਰਸ਼ਾਹ ਸੂਰੀ। ਆਪਾਂ ਪਹਿਲਾਂ ਹੀ ਪੜ੍ਹਿਆ ਸੀਗਾ ਲਾਸਟ ਕਲਾਸ ਦੇ ਵਿੱਚ, ਤੇ ਅੱਜ ਵੀ ਪੜ੍ਹ ਰਹੇ ਹਾਂ। ਕਈ ਵਾਰ ਇਹ ਕੁਐਸਚਨ ਪੁੱਛ ਲੈਂਦੇ ਆ ਕਿ ਕਿਹੜਾ ਗੁਰੂ ਕਿਹੜੇ ਰਾਜਾ ਦਾ ਕੰਟੈਂਪਰਰੀ ਸੀ। ਕੰਟੈਂਪਰਰੀ ਮਤਲਬ ਕਿ ਉਹਨਾਂ ਦੇ ਟਾਈਮ ਤੇ ਕੌਣ ਕੌਣ ਸੀ। ਜਿਵੇਂ ਇੱਕ ਟਾਈਮ ਤੇ ਅਕਬਰ ਚੱਲ ਰਿਹਾ ਸੀ, ਤਾਂ ਉਹਨਾਂ ਦੇ ਟਾਈਮ ਤੇ ਕਿਹੜੇ ਕਿਹੜੇ ਗੁਰੂ ਜੀ ਸੀ, ਹੈ ਨਾ। ਤਾਂ ਉਹ ਚੀਜ਼ਾਂ। ਉਹਨਾਂ ਦਾ ਸਕਸੈਸਰ ਕੌਣ ਸੀ? ਭਾਈ ਲਹਿਣਾ ਜੀ, ਜਿਨ੍ਹਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਪੈ ਗਿਆ। ਉਸ ਤੋਂ ਬਾਅਦ ਜੋਤੀ ਜੋਤ 1539 ਈਸਵੀ ਵਿੱਚ ਕਰਤਾਰਪੁਰ ਵਿਖੇ ਸਮਾ ਗਏ। ਠੀਕ ਹੈ। ਦੂਜੇ ਗੁਰੂ ਦੀ ਹੁਣ ਆਪਾਂ ਗੱਲ ਕਰਦੇ ਹਾਂ, ਤੇ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਟਾਈਮ ਪੀਰੀਅਡ ਹੈ 1504 ਤੋਂ 1552 ਈਸਵੀ ਦੇ ਤੱਕ। ਇਹਨਾਂ ਦਾ ਜਨਮ ਹੋਇਆ 1504 ਈਸਵੀ ਵਿੱਚ ਮੱਤੇ ਦੀ ਸਰਾਏ ਨਾਗਾ ਕਿਹਾ ਜਾਂਦਾ ਹੈ, ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਪੰਜਾਬ ਦੇ। ਤੇ ਪਿਤਾ ਦਾ ਨਾਮ ਭਾਈ ਫੇਰੂ ਜੀ ਅਤੇ ਮਾਤਾ ਦਾ ਨਾਮ ਮਾਤਾ ਦਇਆ। ਚਿਲਡਰਨ ਦਾਸੂ ਤੇ ਦੱਤੂ, ਦੋ ਬੇਟੇ ਸੀ ਇਹਨਾਂ ਦੇ, ਦਾਸੂ ਤੇ ਦੱਤੂ, ਤੇ ਅਮਰੋ ਇਹਨਾਂ ਦੀ ਬੇਟੀ ਦਾ ਨਾਮ ਸੀ। ਠੀਕ ਹੈ। ਗੁਰੂ ਗੱਦੀ 1539 ਤੋਂ 1552 ਈਸਵੀ ਤੱਕ। ਠੀਕ ਹੈ। ਉਸ ਤੋਂ ਬਾਅਦ ਇਨਵੈਂਸ਼ਨ ਕਿਹਦੀ ਕੀਤੀ ਇਹਨਾਂ ਨੇ? ਗੁਰਮੁਖੀ ਸਕ੍ਰਿਪਟ, ਜਿਹੜੀ ਆਪਾਂ ਪੰਜਾਬੀ ਲਿਖਦੇ ਆ ਨਾ, ਊੜਾ ਐੜਾ ਏੜੀ। ਠੀਕ ਹੈ। ਇਹ ਜਿਹੜੀ ਸਕ੍ਰਿਪਟ ਹੈ, ਇਹਨਾਂ ਦੀ ਖੋਜ ਕਿਹਨੇ ਕੀਤੀ ਸੀ? ਗੁਰੂ ਅੰਗਦ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਕੁਝ ਚਿੱਤਰ ਬਣਾ ਕੇ ਗਏ ਸੀਗੇ, ਛੱਡ ਕੇ ਗਏ ਸੀ, ਤਾਂ ਇਹਨਾਂ ਨੇ ਉਹਨੂੰ ਮੋਡੀਫਾਈ ਕਰਕੇ 35 ਜਿਹੜੇ ਅੱਖਰ ਨੇ ਗੁਰਮੁਖੀ ਲਿਪੀ ਦੇ, ਉਹ ਬਣਾਤੇ। ਠੀਕ ਹੈ। ਤੇ ਪ੍ਰੈਕਟਿਸ ਇਨਕੋਰਪੋਰੇਟਡ ਮੱਲ ਅਖਾੜਾ, ਇਹ ਘੋੜਨ ਦਾ ਬਹੁਤ ਸ਼ੌਂਕ ਰੱਖਦੇ ਸੀ। ਘੋੜਨ ਦਾ ਮਤਲਬ ਕਿ ਕੁਸ਼ਤੀ ਵਗੈਰਾ ਦਾ। ਠੀਕ ਹੈ। ਤਾਂ ਇਹਨਾਂ ਨੇ ਮੱਲ ਅਖਾੜੇ ਦੀ ਸ਼ੁਰੂਆਤ ਕੀਤੀ, ਜਿੱਥੇ ਮੱਲ ਘੋਲਿਆ ਕਰਦੇ ਸਨ ਅਖਾੜੇ ਦੇ ਵਿੱਚ। ਕੰਪੋਜੀਸ਼ਨਸ ਇਹਨਾਂ ਦੇ ਕੀ ਨੇ? ਭਾਈ ਬਾਲੇ ਵਾਲੀ ਜਨਮ ਸਾਖੀ, ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ। ਤੇ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ ਲਿਖੀ, ਬਟ ਉਹ ਕਿਉਂਕਿ ਜਿਹੜੇ ਭਾਈ ਬਾਲੇ ਤੋਂ ਪੁੱਛ ਕੇ, ਕਿਉਂਕਿ ਭਾਈ ਬਾਲੇ ਵੀ ਜਿਹੜੇ ਭਾਈ ਬਾਲਾ ਜੀ ਨੇ ਜਿਹੜੇ, ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਕੁਝ ਉਦਾਸੀਆਂ ਦੇ ਵਿੱਚ ਕਿਤੇ ਕਿਤੇ ਨਾਲ ਸੀ। ਜਿਵੇਂ ਭਾਈ ਮਰਦਾਨਾ ਜੀ ਨਾਲ ਸੀ, ਤਾਂ ਕਿਤੇ ਕਿਤੇ ਭਾਈ ਬਾਲਾ ਜੀ ਵੀ ਨਾਲ ਸੀਗੇ। ਤਾਂ ਉਹਨਾਂ ਤੋਂ ਪੁੱਛ ਕੇ ਗੁਰੂ ਜੀ ਬਾਰੇ ਉਹਨਾਂ ਨੇ ਜਾਣਕਾਰੀ ਇਕੱਠੀ ਕੀਤੀ ਤੇ ਗੁਰੂ ਜੀ ਦੀ ਬਾਇਓਗ੍ਰਾਫੀ ਲਿਖੀ। ਠੀਕ ਹੈ। ਉਸ ਤੋਂ ਬਾਅਦ ਮੁਗਲ ਐਂਪਰਰ ਇਹਨਾਂ ਦੇ ਟਾਈਮ ਤੇ ਕੌਣ ਸੀ? ਹੁਮਾਯੂੰ ਤੇ ਸ਼ੇਰਸ਼ਾਹ ਸੂਰੀ। ਹੁਮਾਯੂੰ ਤੇ ਸ਼ੇਰਸ਼ਾਹ ਸੂਰੀ ਇਹਨਾਂ ਦੇ ਟਾਈਮ ਤੇ ਮੁਗਲ ਐਂਪਰਰ ਸੀਗੇ। ਸ਼ੇਰਸ਼ਾਹ ਸੂਰੀ ਦੀ ਆਪਣੀ ਸੂਰ ਡਾਇਨੈਸਟੀ ਸੀ, ਤੇ ਹੁਮਾਯੂੰ ਮੁਗਲ ਡਾਇਨੈਸਟੀ ਦਾ ਰਾਜਾ ਸੀਗਾ, ਬਾਬਰ ਦਾ ਬੇਟਾ। ਉਸ ਤੋਂ ਬਾਅਦ ਇਹਨਾਂ ਦੇ ਸਕਸੈਸਰ ਕੌਣ ਨੇ? ਗੁਰੂ ਅਮਰਦਾਸ ਜੀ। ਜੋਤੀ ਜੋਤ ਕਦੋਂ ਸਮਾਏ? 1552 ਈਸਵੀ ਵਿੱਚ ਖਡੂਰ ਸਾਹਿਬ ਵਿਖੇ। ਖਡੂਰ ਸਾਹਿਬ ਵਿਖੇ ਇਹ ਜੋਤੀ ਜੋਤ ਸਮਾਏ। ਤੇ ਨੈਕਸਟ ਗੁਰੂ ਤੇ ਆਪਾਂ ਚੱਲਦੇ ਹਾਂ ਹੁਣ। ਗੁਰੂ ਅਮਰਦਾਸ ਜੀ 1479 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ। ਤੇ ਇੱਕ ਚੀਜ਼ ਹੋਰ, ਤੁਸੀਂ ਇਦਾਂ ਕਰਿਆ ਕਰੋ ਕਿ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਨੇ ਜੋ, ਉਹਨਾਂ ਦਾ ਐਨਾਲਿਸਿਸ ਕਰਿਆ ਕਰੋ, ਕਿਉਂਕਿ ਪ੍ਰੀਵੀਅਸ ਈਅਰ ਕੁਐਸਚਨ ਦੇ ਨਾਲ ਹੀ ਆਪਾਂ ਨੂੰ ਪਤਾ ਚੱਲੇਗਾ ਕਿ ਪਹਿਲਾਂ ਕਿੱਦਾਂ ਦੇ ਕੁਐਸਚਨ ਪੁੱਛੇ ਗਏ ਨੇ, ਤੇ ਟ੍ਰੈਂਡ ਦਾ ਪਤਾ ਚੱਲੂਗਾ ਉਹਦੇ ਨਾਲ। ਟ੍ਰੈਂਡ ਕੀ ਹੁੰਦਾ? ਮਤਲਬ ਕਿ ਕਿਹੜੇ ਸਬਜੈਕਟ ਚੋਂ ਕਿੰਨੇ ਕੁਐਸਚਨ ਪੁੱਛੇ ਜਾਂਦੇ ਆ ਤੇ ਕਿੱਦਾਂ ਦੇ ਪੁੱਛੇ ਜਾਂਦੇ ਆ, ਸਾਰਾ ਕੁਝ ਪੈਟਰਨ ਵਗੈਰਾ, ਨੇਚਰ ਕਿੱਦਾਂ ਦਾ ਪੇਪਰ ਦਾ, ਕੁਐਸਚਨਸ ਦਾ ਨੇਚਰ ਕਿੱਦਾਂ ਦਾ ਹੈ ਨਾ, ਸਟੇਟਮੈਂਟ ਵਾਲੇ ਪੁੱਛੇ ਜਾਂਦੇ ਆ ਜਾਂ ਫੈਕਚੁਅਲ ਪੁੱਛੇ ਜਾਂਦੇ ਆ ਜਾਂ ਵਨ ਲਾਈਨਰ ਪੁੱਛੇ ਜਾਂਦੇ, ਜਿਵੇਂ ਵੀ ਪੁੱਛੇ ਜਾਂਦੇ ਆ, ਉਹ ਸਾਰਾ ਐਨਾਲਿਸਿਸ ਕਰਨਾ ਹੈ। ਜਿਹੜੇ ਵੀ, ਜੇਕਰ ਤੁਸੀਂ ਪੁਲਿਸ ਦੀ ਤਿਆਰੀ ਕਰਦੇ ਹੋ ਤਾਂ ਪਿਛਲੇ ਸਬ ਇੰਸਪੈਕਟਰ ਕਾਂਸਟੇਬਲ ਦੇ ਪੇਪਰਸ ਦੇਖੋ, ਠੀਕ ਹੈ ਨਾ, ਤਾਂ ਉੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਪੜ੍ਹਨਾ ਕਿੱਦਾਂ। ਤੇ ਬਾਕੀ ਇਸ ਕਲਾਸ ਤੋਂ ਬਾਅਦ ਮੈਂ ਨੈਕਸਟ ਇਹ ਲੈਕਚਰ ਤੋਂ ਬਾਅਦ ਮੈਂ ਤੁਹਾਨੂੰ ਇੱਕ ਵਾਰ ਥੋੜਾ ਬਹੁਤ ਦੱਸੂਗਾ ਕਿ ਕਿਵੇਂ ਪੜ੍ਹਨਾ, ਕੀ ਪੜ੍ਹਨਾ ਹੁੰਦਾ, ਠੀਕ ਹੈ, ਉਹ ਸਾਰੀਆਂ ਚੀਜ਼ਾਂ। ਤੇ ਇਹਨਾਂ ਦਾ ਜਨਮ ਹੋਇਆ 1479 ਈਸਵੀ ਵਿੱਚ ਬਸਾਰ ਕੇ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਤੇ ਪਿਤਾ ਦਾ ਨਾਮ ਤੇਜਭਾਨ ਜੀ ਤੇ ਮਾਤਾ ਦਾ ਨਾਮ ਮਾਤਾ ਬਖਤ। ਸਪਾਊਸ ਮਨਸਾ ਦੇਵੀ, ਇਹਨਾਂ ਦੇ ਵਾਈਫ ਦਾ ਨਾਮ ਸੀ ਮਨਸਾ ਦੇਵੀ। ਤੇ ਚਿਲਡਰਨ ਮੋਰੀ ਅਤੇ ਮੋਹਨ, ਦੋ ਬੇਟੇ ਸੀਗੇ, ਤੇ ਦਾਨੀ ਤੇ ਭਾਨੀ ਦੋ ਬੇਟੀਆਂ ਸੀਗੀਆਂ। ਦਾਨੀ ਤੇ ਭਾਨੀ ਬੇਟੀਆਂ, ਮੋਰੀ ਤੇ ਮੋਹਨ ਬੇਟੇ ਗੁਰੂ ਅਮਰਦਾਸ ਜੀ ਦੇ। ਗੁਰੂ ਗੱਦੀ ਕਦੋਂ ਮਿਲੀ?
गुरुगद्दी 1552 तो लेके 1574 तक स्टार्टेड मंजी सिस्टम। अच्छा, इन्होंने मंजी सिस्टम की स्थापना की थी। मंजी सिस्टम की होंगे, मतलब कि हर सिख नूं इन्होंने कुछ सिखा मतलब कि भी मोਢੀ बनाता तो उन्होंने कहा कि ਆਪਾਂ अपना ਜਿਹੜਾ सिख रिलीजन है उन्होंने प्रीच करना है अगे। ठीक है, ਜਿਹੜੀ गुरु नानक देव जी की विचारधारा है उन्होंने होर अगे ਵਧਾਉਣਾ ਤਾਂ ਇਹਨਾਂ ਨੇ ਮੰਜੀਆਂ ਦੀ ਇਸਟੈਬਲਿਸ਼ਮੈਂਟ ਕੀਤੀ। ਆਪਾਂ ਦੇਖਦੇ ਨਾ ਮੰਜੀ ਸਾਹਿਬ ਗੁਰਦੁਆਰਾ है ना, अलग-अलग जगह ਤੇ ਹੈਗੇ ਆ ਤੇ ਕਾਫੀ ਸਾਰੇ ਨੇ ਮੰਜੀ ਸਾਹਿਬ ਗੁਰਦੁਆਰੇ। ਤਾਂ ਉੱਥੇ ਇੱਕ ਸਿੱਖ ਨੂੰ ਬਿਠਾ ਦਿੱਤਾ ਗਿਆ ਤੇ ਉਹ ਅੱਗੇ ਉੱਥੇ ਜਿਹੜਾ ਆਪਣਾ ਰਿਲੀਜਨ ਆ ਉਹ ਪ੍ਰੀਚ ਕਰਦੇ ਸੀ, मतलब कि ਪ੍ਰਚਾਰ ਕਰਦੇ ਸੀ ਸਿੱਖ ਧਰਮ ਦਾ। ठीक है ना, इनू कहा जाता मंजी सिस्टम। तो इन्होंने आनंद साहब की जी है रचना की। आनंद साहब आप गुरुद्वारा साहब के पाठ सुनते, आनंद भया मेरी माए सतगुरु में पाया, है ना। तो उसकी रचना जी है वो गुरु अमरदास जी ने की सी। किहड़े शहर की स्थापना की इन्होंने? गोइंदवाल साहब की, जिहड़ा कि हुण तरनतारन जिले के पैंदा है। तो नैक्सट चलिए जी, जे इत्थे तक किसी को कोई डाउट है तो तुसीं कमेंट दे विच कमेंट करके दस सकते हो, कमेंट बॉक्स दे विच। ठीक है, चलो। तो इन्होंने की बनवाया? इन्होंने बौली साहब बनवाया गोइंदवाल साहब विखे। बौली साहब जेकर तुसीं गोइंदवाल साहब गए हो तो उत्थे तुहानूं पता होएगा कि 84 पौड़ियां ने। तो 84 जिहदे नाल कहा जाता है कि 84 जूनां ने जिहड़ियां वो कट जांदियां ने। ठीक है, 84 लख जूनां। इंट्रोड्यूस्ड पंगत मस्ट प्रसीड संगत। तो इन्होंने कहा कि पहला पंगत फिर संगत। पहला पंगत फिर संगत का मतलब कि पहला तुसीं पंगत दे विच बैठ के लंगर छको, फिर तुसीं संगत दे विच जाके बैठ के जिहड़ा प्रचार हो रहा है, जिहड़ा भी कीर्तन शब्द कीर्तन हो रहा है वो सुनो। ठीक है, मुगल एंपरर कौन सी इन्हां टाइम ते? अकबर बादशाह। इन्हां दे सक्सैसर कौन सी? भाई जेठा जी, गुरु रामदास जी। अच्छा, एक चीज़ होर, ते जिहड़े ये गुरु ने अपने गुरु साहिबान ने सारे, गुरु रामदास जी का नाम जिवें भाई जेठा जी सी, तां ये भी पूछ सकते हैं कि भाई जेठा सी इन्हां नीचे दिते गया चों किस दा नाम सी। ठीक है, तो ये भी सारे याद करने। जिवें भाई लैणा जी आपां पढ़िया पहला, ठीक है, हुण भाई जेठा जी पढ़िया, तो ये सारे भी याद करने। तो ज्योति जोत 1574 ईस्वी में गोइंदवाल साहिब विखे समा गए। उस तो बाद गुरु रामदास जी 1534 तो लेके 1581 ईस्वी तक टाइम पीरियड है इन्हां दा। जन्म जिहड़ा इन्हां दा 1534 ईस्वी में चूना मंडी लाहौर च होया। पिता का नाम हरिदास जी, माता का नाम माता दया, ते बीबी भानी इन्हां दी पत्नी का नाम सी, ते प्रिथी चंद, महादेव अते अर्जन देव। इन्हां दे 3 बेटे सीगे, प्रिथी चंद, महादेव अते अर्जन देव। ते ये उही अर्जन देव जी ने जो अगे जाके गुरु अर्जन देव जी बनणगे। ठीक है, गुरु गद्दी इन्हां नूं मिली 1574 तो 1581 ईस्वी तक। तो इन्होंने एक मसंद सिस्टम चलाया। मसंद सिस्टम वैसे कम उही है मंजी सिस्टम वर्गा ही, बट ये फर्क की है, मसंद जिहड़े ने वो फिरके, मतलब घूम फिर के जिहड़ा अपना धर्म का प्रचार करते हैं। मंजी सिस्टम के की सीगा, एक जगह ते मंजी इस्टैबलिश कर दी गई, तो उत्थे अपना धर्म का प्रचार होगा अलग अलग जगह पर। तो मसंद सिस्टम के विच सिखां नूं मसंद बना दिता जांदा सी ते ओह घूम फिर के जिहड़ा अपने धर्म का प्रचार करते सी। उस तो बाद नैक्सट चलते हैं आपां। कंपोजिशनस किहड़ी-किहड़ियां ने इन्हां दियां? 638 हिम्स इन 30 डिफरेंट राग्स। लावां घोड़ियां, लावां दी जो लावां अपने विआह के मौके ते पढ़ियां जांदियां ने गुरुद्वारा साहब दे विच, है ना, घोड़ियां विआह के मौके ते गाईयां जांदियां ने। ते 638 ਜਿਹੜੇ श्लोक ने वो 30 अलग-अलग रागां दे विच इन्हां ने कंपोज कीते आ। किहड़े शहर की स्थापना की इन्होंने? अमृतसर, रामदासपुर भी कहा जाता है इसनों, ते गुरु का चक भी कहा जाता है। ठीक है, 2 नाम ने, रामदासपुर ते गुरु का चक भी। उस तो बाद मुगल एंपरर इन्हां टाइम ते कौन सी? अकबर। आपां पिछली बार क्वेश्चन देखिया सीगा कि किहड़े राजा ने मतलब कि गुरु रामदास जी का साथ दिता सीगा अमृतसर शहर नूं वसाउण दे लई। उस तो बाद इन्हां सक्सैसर कौन सी? गुरु अर्जन देव जी। ज्योति जोत कदों समा गए? 1581 ईस्वी में गोइंदवाल साहिब विखे। ठीक है, तो उस तो बाद देखते हैं गुरु अर्जन देव जी 5वें गुरु अपने 1563 तो लैके 1606 ईस्वी तक इन्हां दा टाइम पीरियड है। तो जन्म इन्हां दा 1563 ईस्वी गोइंदवाल साहिब च होया। पिता का नाम गुरु रामदास जी, माता का नाम बीबी भानी। देखो हुण उस तो बाद गुरु नानक देव जी, गुरु नानक देव जी तो बाद गुरु अंगद देव जी, गुरु अमरदास जी, अगे अगे फिर जिहड़ी है
मतलब कि पीढ़ी दर पीढ़ी किसी ना किसी की एक दूजे नाल कोई ना कोई रिश्तेदारी हैगी है, ठीक है ना। तो ये भी आपां जरूर देखना है। कई बार इदां दा क्वेश्चन भी पूछ सकते, चांसिस घट ने बट फिर भी क्वेश्चन आ सकता, तो यह चीज़ का भी ध्यान रखना है। जिवें बीबी दानी ते भानी 2 बेटियां सीगियां है ना, वो चीज़ भी है। ते पत्नी का नाम माता गंगा जी, एक बेटे सी इन्हां दे ते हरगोबिंद जी, जो अगे जाके 6वें पातशाह गुरु हरगोबिंद जी बनणगे। गुरु गद्दी इन्हां कोल 1581 तो लैके 1606 ईस्वी तक, ठीक है। उस तो बाद इन्हां ने कंस्ट्रक्शन की कंप्लीट करवाई अमृतसर टैंक की, जिहड़ा अमृतसर का सरोवर है, संतोख सर ते रामसर सरोवर इन्हां दी जिहड़ी कंस्ट्रक्शन है वो कंप्लीट करवाई। तो इन्होंने की बनवाया हरमंदर साहब, हरमंदर साहब बनवाया इन्होंने। तो इन्होंने मुस्लिम सूफी संत मियाँ मीर जी ਨੂੰ बुलाया सीगा हरमंदर साहब की नींह पत्थर रखने के लिए, ठीक है। तो ये नाम भी याद रखना। वैसे तो ये चीज़ां ने कुछ चीज़ां इदां दियां ने जो आप बचपन तो ही स्कूलों के कॉलेजों के आप पढ़ते आ रहे हैं, ठीक है ना। बट फिर भी किसी चीज़ को अंडर एस्टीमेट नहीं करना, क्योंकि अद्धे अद्धे नंबर से 0.25 से भी जी कट ऑफ आपू बाहर कर सकती है। तो इस करके ओवर कॉन्फिडेंस के आके किसी भी चीज़ को अंडर एस्टीमेट नहीं करना, सारिया चीज़ां वार वार रिवाइज करनिया ने, ठीक है ना। कंपोज इन्होंने आदि ग्रंथ की रचना की, जिन्होंने पोथी साहब भी कहा जाता है। 1604 के सुखमणी साहब की रचना की इन्होंने। उस तो बाद किहड़ा शहर वसाया इन्होंने, तरनताਰਨ 1590 के करतारपुर जिहड़ा कि हुण जलंधर जिले के है, 1594 ईस्वी के वसाया। उस तो बाद इन्होंने रोहेला विलेज जिहड़ा वो दोबारा बना रिकनस्ट्रक्ट किया, मतलब कि रीबिल्ट किया रोहेला विलेज, तो उसका नाम श्री हरगोबिंदपुर रखिया। तो इन्होंने रोहेला विलेज दोबारा बनवाया जदों उस तो बाद उदों गुरु हरगोबिंद जी का जन्म होया सी। ते एज ए ट्रिब्यूट गुरु हरगोबिंद जी के नाम से इस पिंड का नाम रखा गया श्री हरगोबिंदपुर, ठीक है। उस तो बाद इन्होंने दसवंध सिस्टम चलाया। दसवंध सिस्टम की हुंदा है? दसवंध का मतलब कि अपनी जिहड़ी आमदन है उसका 10वां हिस्सा, जिवें आपां अपनी सैलरी कह दिए, फॉर एग्जाम्पल मैं कहा कि मेरी सैलरी है ना, मान लो मेरी सैलरी 10,000 रुपये है, तो मैं अपनी सैलरी का 10वां हिस्सा 1000 रुपया जिहड़ा दान पुण्य दे विच लगाऊंगा, मतलब कि चंगियां चीज़ों के विच लगाउणा है, ठीक है। तो मुगल एंपरर कौन सी ना टाइम ते अकबर भी सी, उस तो बाद जहांगीर, ते दोनों के कंटैंपरेरी सीगे ये। इन्हों के सक्सैसर कौन सी? गुरु हरगोबिंद जी। ज्योति जोत कदों समाए? 1606 ईस्वी लाहौर दे विच। ते यह पहले सिख गुरु ने जिन्होंने शहीद किया गया, ठीक है। ये चीज़ भी याद रखनी है। तो इत्थे तक क्लीयर है जी सारिਆਂ ਨੂੰ। अज आपां 6 गुरु 5 गुरु कर चुके हैं, ठीक है। नैक्सट देखते हैं हुण अगे क्वेश्चंस ने। ठीक है, अगे आप क्वेश्चंस देखते हैं। तो क्वेश्चंस तो पहला एक थोड़ा मैं होर चीज़ चलो पहला क्वेश्चंस देख लेने, बाकी आप फिर देखते हैं। अच्छा, लंगर प्रथा की जी स्थापना है वो किसने की सी? लंगर प्रथा किसने शुरू कराई सी? गुरु अंगद देव जी? नहीं। गुरु नानक देव जी? यस। तो लंगर प्रथा गुरु नानक देव जी ने इंट्रोड्यूस की सी। उस तो बाद जपजी साहब की कंपोजिशन रचना मतलब कि कंपोज किने की? जपजी साहब। ये भी गुरु नानक देव जी आप पढ़े है पहला। तो इदा के क्वेश्चन भी पूछ सकते हैं, ठीक है। ये मॉडल क्वेश्चन ने, तो इन्हों तो ही थोड़ा कुछ मॉडल क्वेश्चन, कुछ प्रीवियस ईयर क्वेश्चन, जे आप इन्हों दोनों की प्रैक्टिस करिए तो एनालिसिस करिए तो उस तो बाद रिवीजन फिर टैसट, तो अपने जोड़े क्वेश्चन ने वो फिर गलत नहीं होंगे, ठीक है ना। तो उस तो बाद हु इन्वेंटेड गुरमुखी स्क्रिप्ट? गुरमुखी स्क्रिप्ट की रचना है जी किसने की थी? गुरु अंगद देव जी। देख लें। गुरु नानक देव जी? नहीं। गुरु रामदास जी? नहीं। तो गुरु अंगद देव जी, दूजे गुरु गुरु अंगद देव जी ने गुरमुखी स्क्रिप्ट
ਬਣਾਈ ਸੀ। ਉਸ ਤੋਂ ਬਾਅਦ ਟਾਊਨ ਆਫ ਤਰਨਤਾਰਨ ਵਾਸ ਫਾਊਂਡਡ ਬਾय, ਤਰਨਤਾਰਨ ਜਿਹੜਾ ਸ਼ਹਿਰ ਉਹ ਕਿਸ ਦੁਆਰਾ, ਕਿਹੜੇ ਗੁਰੂ ਦੁਆਰਾ ਵਸਾਇਆ ਗਿਆ? ਗੁਰੂ ਅਮਰਦਾਸ ਜੀ ਨਹੀਂ, ਗੁਰੂ ਅਰਜਨ ਦੇਵ ਜੀ। ਯੈਸ, ਤਾਂ ਜਿਹੜਾ ਤਰਨਤਾਰਨ ਸ਼ਹਿਰ ਹੈ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ। ਠੀਕ ਹੈ। ਨੈਕਸਟ, ਵਿਚ ਗੁਰੂ ਇਜ਼ ਨੋਨ ਐਜ਼ ਹਿੰਦ ਦੀ ਚਾਦਰ? ਹਿੰਦ ਦੀ ਚਾਦਰ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਹੈ? ਵੈਸੇ ਇਹ ਜਿਹੜਾ ਕੁਐਸਚਨ ਹੈ ਉਹ ਆਪਾਂ ਨੈਕਸਟ ਕਲਾਸ ਦੇ ਲਈ ਹੈ, ਪਰ ਫਿਰ ਵੀ ਆਪਾਂ ਇੱਕ ਵਾਰ ਦੇਖ ਲੈਂਦੇ ਹਿੰਦ ਦੀ ਚਾਦਰ ਕਿਹਨੂੰ ਕਿਹਾ ਜਾਂਦਾ? ਗੁਰੂ ਤੇਗ ਬਹਾਦਰ ਜੀ ਨੂੰ। ਠੀਕ ਹੈ ਨਾ, 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ। ਤੇ ਕਿਹੜੇ ਗੁਰੂ ਨੇ ਆਦਿ ਗ੍ਰੰਥ ਦੀ ਰਚਨਾ ਕੀਤੀ? ਆਦਿ ਗ੍ਰੰਥ ਕਿਹੜੇ ਗੁਰੂ ਨੇ ਰਚਨਾ ਕੀਤੀ ਸੀ? ਗੁਰੂ ਹਰਗੋਬਿੰਦ ਜੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨਹੀਂ, ਗੁਰੂ ਅੰਗਦ ਦੇਵ ਜੀ ਨਹੀਂ, ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਰਚਨਾ ਕੀਤੀ ਸੀ, ਜਿਹਨੂੰ ਕਿ ਹੋਰ ਕੀ ਕਿਹਾ ਜਾਂਦਾ? ਪੋਥੀ ਸਾਹਿਬ। ਠੀਕ ਹੈ, ਪੋਥੀ ਸਾਹਿਬ ਕਿਹਾ ਜਾਂਦਾ। ਉਸ ਤੋਂ ਬਾਅਦ ਵਿਚ ਅਮੰਗ ਦਾ ਗੁਰੂ ਇੰਟਰੋਡਿਊਸ ਦੀ ਮਸੰਦ ਸਿਸਟਮ? ਮਸੰਦ ਸਿਸਟਮ ਕਿਹੜੇ ਗੁਰੂ ਨੇ ਇੰਟਰੋਡਿਊਸ ਕੀਤਾ? ਦੇਖੋ, ਮੰਜੀ ਸਿਸਟਮ ਕੀਤਾ ਸੀ ਗੁਰੂ ਅਮਰਦਾਸ ਜੀ ਨੇ, ਮਸੰਦ ਸਿਸਟਮ ਕੀਤਾ ਗੁਰੂ ਰਾਮਦਾਸ ਜੀ ਨੇ। ਤਾਂ ਆਪਾਂ ਇੱਥੇ ਦੇਖ ਲੈਂਦੇ ਹਾਂ ਆਪਸ਼ਨ, ਪਹਿਲਾ ਆਪਸ਼ਨ ਹੀ ਹੈ ਗੁਰੂ ਰਾਮਦਾਸ ਜੀ। ਠੀਕ ਹੈ। ਉਸ ਤੋਂ ਬਾਅਦ ਵਿਚ ਆਫ ਦੀ ਫੋਲੋਇੰਗ ਵਾਸ ਨॉट ਦ ਕੰਟੈਂਪਰੇਰੀ ਆਫ ਗੁਰੂ ਨਾਨਕ's era? ਗੁਰੂ ਨਾਨਕ ਦੇਵ ਜੀ ਦਾ ਕੰਟੈਂਪਰੇਰੀ ਇਹਨਾਂ ਚਾਰਾਂ ਦੇ ਵਿੱਚੋਂ ਕੌਣ ਨਹੀਂ ਸੀ? ਠੀਕ ਹੈ, ਤਾਂ ਬਾਬਰ, ਬਹਿਲੋਲ ਲੋਧੀ, ਸਿਕੰਦਰ ਲੋਧੀ। ਅੱਛਾ, ਲੋਧੀ ਡਾਇਨੈਸਟੀ ਤਾਂ ਉਦੋਂ ਹੈਗੀ ਸੀ, ਬਾਬਰ ਵੀ ਹੈਗਾ ਸੀ, ਤਾਂ ਇਸ ਦਾ ਜਿਹੜਾ ਮੋਸਟ ਐਪਰੋਪ੍ਰੀਏਟ ਆਨਸਰ ਹੈ ਉਹ ਅਕਬਰ ਹੈ। ਠੀਕ ਹੈ, ਅਕਬਰ। ਤੇ ਇੱਥੇ ਆਪਣੀ ਕਲਾਸ ਅੱਜ ਦੀ ਜਿਹੜੀ ਖਤਮ ਹੁੰਦੀ ਹੈ। ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣੀ ਹੈ, ਚਲੋ ਇੱਥੇ ਹੀ ਦੱਸ ਦੇਣਾ। ਠੀਕ ਹੈ, ਆਪਾਂ ਪੜ੍ਹਨਾ ਕੀ ਹੈ ਤੇ ਕਿਵੇਂ ਪੜ੍ਹਨਾ ਹੈ, ਉਹ ਸਾਰੀਆਂ ਚੀਜ਼ਾਂ। ਸਭ ਤੋਂ ਪਹਿਲਾਂ ਦੇਖੋ, ਸਭ ਤੋਂ ਪਹਿਲਾਂ ਮੈਂ ਸਟੈਪ ਮੰਨ ਦਾਂਗੇ 3 ਸਟੈਪ ਹੁੰਦੇ ਆ ਪੜ੍ਹਾਈ ਕਰਨ ਦੇ। ਤਾਂ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ? ਸਭ ਤੋਂ ਪਹਿਲਾ ਸਟੈਪ ਕੀ ਹੁੰਦਾ? ਆਪਣਾ ਸਿਲੇਬਸ। ਠੀਕ ਹੈ, ਸਿਲੇਬਸ। ਸਿਲੇਬਸ ਨੂੰ ਦੇਖੋ ਕਿ ਸਿਲੇਬਸ ਦੇ ਵਿੱਚ ਕੀ ਚੀਜ਼ ਮੈਂਸ਼ਨ ਹੈ, ਕੀ ਚੀਜ਼ ਨਹੀਂ ਮੈਂਸ਼ਨ, ਤੇ ਕਿਹੜੀ ਚੀਜ਼ ਐਕਸਪਲਿਸਿਟਲੀ ਮੈਂਸ਼ਨ ਹੈ ਤੇ ਕਿਹੜੀ ਚੀਜ਼ ਐਕਸਪਲਿਸਿਟਲੀ ਮੈਂਸ਼ਨ ਨਹੀਂ ਹੈ। ਜਿਵੇਂ ਸਿਲੇਬਸ ਦੇ ਵਿੱਚ ਪੋਲਿਟੀ ਐਕਸਪਲਿਸਿਟਲੀ ਮੈਂਸ਼ਨ ਹੈ, ਸਾਰਾ ਕੁਝ ਦੱਸਿਆ ਹੋਇਆ ਕਿ ਇਹ ਚੀਜ਼ਾਂ ਆਪਾਂ ਪੜ੍ਹਨੀਆਂ ਨੇ। ਪੰਜਾਬ ਦਾ ਹਿਸਟਰੀ, ਕਲਚਰ ਸਾਰਾ ਕੁਝ ਦਿੱਤਾ ਹੋਇਆ। ਸਿੱਖੀਜ਼ਮ ਐਕਸਪਲਿਸਿਟਲੀ ਮੈਂਸ਼ਨ ਹੈ ਨਾ, ਤਾਂ ਇਸ ਦਾ ਮਤਲਬ ਕਿ ਵੀ ਸਿੱਖੀਜ਼ਮ, ਕਲਚਰ, ਹਿਸਟਰੀ ਵਗੈਰਾ ਜਿਹੜੀ ਆਪਾਂ ਨੂੰ ਚੰਗੀ ਤਰ੍ਹਾਂ ਪੜ੍ਹਨੀ ਹੈ। ਠੀਕ ਹੈ, ਇਕਨੋਮੀ ਚੋਂ ਕੁਐਸਚਨ ਆਉਣ ਨਾ ਆਉਣ, ਬਟ ਹਿਸਟਰੀ, ਕਲਚਰ ਤੇ ਸਿੱਖੀਜ਼ਮ ਚ ਕੁਐਸਚਨ ਪੱਕਾ ਆਉਣਗੇ। ਠੀਕ ਹੈ ਨਾ, ਤਾਂ ਸਭ ਤੋਂ ਪਹਿਲਾਂ ਸਿਲੇਬਸ ਦੇਖਣਾ, ਕਿਉਂਕਿ ਇਦੋਂ ਤੋਂ ਹੀ ਆਪਾਂ ਨੂੰ ਪਤਾ ਚੱਲਣਾ ਆਪਾਂ ਕੀ ਪੜ੍ਹਨਾ ਤੇ ਕੀ ਨਹੀਂ ਪੜ੍ਹਨਾ। ਉਸ ਤੋਂ ਬਾਅਦ ਸੈਕੰਡ ਸਟੈਪ ਮੈਂ ਮੰਨਦਾ ਕਿ ਪ੍ਰੀਵੀਅਸ ਈਅਰ ਕੁਐਸਚਨਸ। ਪ੍ਰੀਵੀਅਸ ਈਅਰ ਕੁਐਸਚਨਸ ਕਿਉਂ? ਕਿਉਂਕਿ ਪ੍ਰੀਵੀਅਸ ਈਅਰ ਕੁਐਸਚਨਸ ਤੋਂ ਹੀ ਆਪਾਂ ਨੂੰ ਪਤਾ ਚੱਲਦਾ ਹੈ ਕਿ ਆਪਾਂ ਸਿਲੇਬਸ ਨੂੰ ਕਿੰਨੀ ਡੈਪਥ ਦੇ ਵਿੱਚ ਪੜ੍ਹਨਾ। ਠੀਕ ਹੈ ਨਾ, ਕਿਉਂਕਿ ਸਿਲੇਬਸ ਨੂੰ ਜੇ ਆਪਾਂ ਦੇਖਾਂਗੇ, ਉਸ ਤੋਂ ਬਾਅਦ ਪ੍ਰੀਵੀਅਸ ਈਅਰ ਕੁਐਸਚਨਸ ਦੇਖਾਂਗੇ ਕਿੰਨੀ ਡੈਪਥ ਦੇ ਵਿੱਚ ਕੁਐਸਚਨ ਪੁੱਛੇ ਗਏ ਨੇ, ਹੈ ਨਾ, ਤਾਂ ਹੀ ਆਪਾਂ ਨੂੰ ਪਤਾ ਚੱਲੂ ਕਿ ਕਿੰਨੀ ਡੈਪਥ ਦੇ ਵਿੱਚ ਪੜ੍ਹਨਾ ਹੈ। ਅਦਰਵਾਈਜ਼ ਪੋਲਿਟੀ ਦੇ ਲਈ ਲక్ష్ਮੀਕਾਂਤ ਵੀ ਪੜ੍ਹ ਲਓ, ਵਰਨਾ ਲੂਸੈਂਟ ਵਰਗੀ ਬੁੱਕਸ ਵੀ ਆਉਂਦੀਆਂ ਨੇ, ਹਰਿਆਂਤ ਵਰਗੀਆਂ ਬੁੱਕਸ ਵੀ ਆਉਂਦੀਆਂ ਨੇ ਜੀਕੇ ਦੀਆਂ, ਉਹਦੇ ਨਾਲ ਵੀ ਕੰਮ ਚੱਲ ਜਾਣਾ। ਠੀਕ ਹੈ ਨਾ, ਤੇ ਜ਼ਿਆਦਾ ਡੀਪ ਦੇ ਵਿੱਚ ਨਹੀਂ ਜਾਣਾ। ਤੇ ਡੈਪਥ ਇਸ ਤੋਂ ਹੀ ਡਿਸਾਈਡ ਹੁੰਦੀਆਂ ਨੇ ਆਪਣੇ ਬੁੱਕ ਲਿਸਟ, ਬੁੱਕਸ। ਉਸ ਤੋਂ ਬਾਅਦ ਪ੍ਰੀਵੀਅਸ ਈਅਰ ਕੁਐਸਚਨ ਤੋਂ ਹੋਰ ਆਪਾਂ ਨੂੰ ਕੀ ਪਤਾ ਚੱਲਦਾ? ਪੇਪਰ ਦਾ ਨੇਚਰ ਕੀ ਹੈ। ਨੇਚਰ ਮਤਲਬ ਕਿ ਕਨਸੈਪਚੁਅਲ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਆ ਜਾਂ ਫੈਕਚੁਅਲ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੇ ਸਟੇਟ ਦੇ ਐਗਜ਼ਾਮਸ ਹੁੰਦੇ ਆ ਇਦਾਂ ਦੇ, ਪਟਵਾਰੀ, ਐਸਆਈ, ਕਾਂਸਟੇਬਲ ਵਗੈਰਾ, ਉਹਨਾਂ ਦੇ ਵਿੱਚ ਫੈਕਚੁਅਲ ਕੁਐਸਚਨ ਜ਼ਿਆਦਾ ਆਉਂਦੇ ਆ। ਠੀਕ ਹੈ ਨਾ, ਤਾਂ ਮਤਲਬ ਕਿ ਵੀ ਆਪਾਂ ਨੂੰ ਰੱਟੇ ਮਾਰ ਕੰਮ ਹੈ ਜਿਹੜਾ ਉਹ ਜ਼ਿਆਦਾ ਕਰਨਾ ਪੈਣਾ। ਉਸ ਤੋਂ ਬਾਅਦ ਟ੍ਰੈਂਡ ਦੇਖਣਾ ਹੈ ਕਿ ਪਿਛਲੇ 5-10 ਸਾਲਾਂ ਦੇ ਜਿਹੜੇ ਕੁਐਸਚਨ ਪੇਪਰਸ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਸਬਜੈਕਟ 'ਚ ਕੁਐਸਚਨ ਪੁੱਛੇ ਜਾ ਰਹੇ ਆ, ਕਿ ਹਿਸਟਰੀ ਤੋਂ ਜ਼ਿਆਦਾ ਆ ਰਹੇ ਆ, ਪੋਲਿਟੀ ਤੋਂ ਜ਼ਿਆਦਾ ਆ ਰਹੇ ਆ, ਇਕਨੋਮਿਕਸ ਚੋਂ, ਜਾਂ ਕਰੰਟ ਅਫੇਅਰ ਜ਼ਿਆਦਾ ਪੁੱਛ ਰਹੇ ਨੇ। ਤਾਂ ਇਹ ਚੀਜ਼ਾਂ ਵੀ ਆਪਾਂ ਐਨਾਲਿਸਿਸ ਕਰਨੀਆਂ ਨੇ। ਤਾਂ ਉਸਦੇ ਵੇਟੇਜ ਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਨੂੰ ਸਬਜੈਕਟਸ ਨੂੰ ਟਾਈਮ ਦੇਣਾ ਹੈ। ਇਹ ਚੀਜ਼ ਦੇ ਨਾਲ ਇਹ ਚੀਜ਼ ਪਤਾ ਚੱਲਦੀ ਹੈ। ਉਸ ਤੋਂ ਬਾਅਦ ਪੈਟਰਨ ਦਾ ਮਤਲਬ ਹੈ ਕਿ ਜਿਹੜੇ ਕੁਐਸਚਨ ਨੇ ਉਹ ਸਟੇਟਮੈਂਟ ਵਾਲੇ ਪੁੱਛੇ ਜਾਂਦੇ ਆ ਜਾਂ ਵਨ ਲਾਈਨਰ ਪੁੱਛੇ ਜਾਂਦੇ ਨੇ। ਸਟੇਟਮੈਂਟ ਦੇ ਵਨ ਲਾਈਨਰ ਦਾ ਮਤਲਬ ਹੁਣ ਜਿਵੇਂ ਆਹ ਕੁਐਸਚਨ ਹੈ, ਹੂ ਵਿਚ ਅਮੰਗ ਆਫ ਦੀ ਗੁਰੂ ਇੰਟਰੋਡਿਊਸ ਦ ਮਸੰਦ ਸਿਸਟਮ, ਕਿ ਇਹਨਾਂ ਚਾਰਾਂ ਦੇ ਵਿੱਚੋਂ ਮਸੰਦ ਸਿਸਟਮ ਕਿਹੜੇ ਗੁਰੂ ਨੇ ਇੰਟਰੋਡਿਊਸ ਕੀਤਾ। ਹੁਣ ਵਨ ਲਾਈਨਰ ਕੁਐਸਚਨ ਹੈ,
ਹੁਣ ਜੇ ਇਹ ਇੱਕ ਹੋਰ ਕੁਐਸਚਨ ਆ ਜਾਂਦਾ, ਮੰਨ ਲਓ ਦੋ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਉਸ ਤੋਂ ਬਾਅਦ ਆਪਸ਼ਨਸ ਕੀ ਨੇ, 1 ਓਨਲੀ, 2 ਓਨਲੀ, ਬੋਥ, ਨਨ ਆਫ ਦੀ ਅਬਵ, ਠੀਕ ਹੈ ਨਾ। ਤਾਂ ਇਦਾਂ ਦੇ ਜਿਹੜੇ ਕੁਐਸਚਨਸ ਨੇ ਉਹ ਸਟੇਟਮੈਂਟਸ ਵਾਲੇ, ਤਾਂ ਇਹ ਵੀ ਆਪਾਂ ਦੇਖਣਾ ਕਿ ਸਟੇਟਮੈਂਟ ਵਾਲੇ ਆਉਂਦੇ ਆ ਜਾਂ ਵਨ ਲਾਈਨਰ ਆਉਂਦੇ ਆ, ਠੀਕ ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਐਨਾਲਿਸਿਸ ਕਰਨ ਤੋਂ ਬਾਅਦ ਫਿਰ ਜਿਹੜਾ ਆਪਣਾ ਤੀਜਾ ਸਟੈਪ ਹੈ ਉਹ ਹੈ ਸਟੱਡੀ, ਠੀਕ ਹੈ। ਕਿਉਂਕਿ ਇਦਾਂ ਦਾ ਜੇ ਤੁਸੀਂ ਇੰਨੇ ਵਾਰ ਪੜ੍ਹੀ ਜਾਓਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਜਿੰਨੀ ਮਰਜ਼ੀ ਕਿਤਾਬਾਂ ਰੱਟ ਲਓ, ਜਦੋਂ ਤੱਕ ਤੁਹਾਨੂੰ ਇਹੀ ਨਹੀਂ ਪਤਾ ਕਿ ਸਾਡਾ ਟਾਰਗੇਟ ਕੀ ਹੈ, ਸਾਡਾ ਫੋਕਸ ਕਿਹੜੀ ਚੀਜ਼ ਤੇ ਹੋਣਾ ਚਾਹੀਦਾ ਹੈ, ਜਦੋਂ ਤੱਕ ਆਪਾਂ ਨੂੰ ਇਹ ਨਹੀਂ ਕਲੀਅਰ ਨਾ, ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ। ਤੇ ਜੇਕਰ ਤੁਸੀਂ ਪਹਿਲੀ ਵਾਰ ਦੇ ਵਿੱਚ ਐਗਜ਼ਾਮ ਕਲੀਅਰ ਕਰਨਾ ਹੈ ਤੇ ਸਿਲੈਕਸ਼ਨ ਲੈਣਾ ਹੈ, ਤਾਂ ਇਹ ਦੋ ਸਟੈਪਸ ਨੂੰ ਨਾ ਭੁੱਲਿਓ। ਇਹ ਦੋ ਸਟੈਪਸ ਜੇ ਤੁਸੀਂ ਨਹੀਂ ਫੋਲੋ ਕੀਤੇ ਤਾਂ ਅੱਜ ਦਾ ਦਿਨ, ਜੇ ਤੁਹਾਨੂੰ ਲੱਗਦਾ ਕਿ ਇੱਕ ਦਿਨ ਸਾਡੇ 2 ਦਿਨ ਲੱਗਦੇ ਆ ਇਹ ਚੀਜ਼ ਤੇ, ਤਾਂ ਕੋਈ ਗੱਲ ਨਹੀਂ, 2 ਦਿਨ ਇਹਨਾਂ ਤੇ ਇਨਵੈਸਟ ਕਰ ਲਓ। ਬਟ ਉਦੋਂ ਬਾਅਦ ਜਦੋਂ ਤੁਸੀਂ ਪੜ੍ਹਨ ਬੈਠੋਗੇ ਨਾ, ਤਾਂ ਤੁਹਾਡੇ ਦਿਮਾਗ ਦੇ ਵਿੱਚ ਆਟੋਮੈਟਿਕਲੀ MCQs ਬਣ ਜਾਣਗੇ ਕਿ ਹਾਂ ਇਹ ਜਿਹੜੀ ਮੈਂ ਲਾਈਨ ਪੜ੍ਹੀ ਹੈ ਇੱਥੋਂ ਇਦਾਂ ਦਾ ਕੁਐਸਚਨ ਬਣ ਸਕਦਾ ਹੈ, ਠੀਕ ਹੈ ਨਾ। ਇਹ ਚੀਜ਼ ਕਰਾਉਣ ਦਾ ਮੇਰਾ ਇਹ ਮੰਤਵ ਹੈ, ਇਹੀ ਮੋਟਿਵ ਹੈ, ਠੀਕ ਹੈ ਨਾ। ਤਾਂ ਕਰਕੇ ਤਾਂ ਇਹ ਸਟੈਪਸ ਨੂੰ ਫੋਲੋ ਕਰੋ ਜੇ ਤੁਸੀਂ ਫਸਟ ਟਾਈਮ ਦੇ ਵਿੱਚ ਸਿਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ। ਚਲੋ ਠੀਕ ਹੈ, ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਤੇ ਬਾਕੀ ਆਪਾਂ ਨੈਕਸਟ ਕਲਾਸ ਦੇ ਵਿੱਚ ਦੇਖਾਂਗੇ। ਅਗਰ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ, ਠੀਕ ਹੈ। ਤੇ ਉਹ ਜਿਹੜੇ ਡਾਊਟ ਹੈ ਆਪਾਂ ਜਾਂ ਤਾਂ ਮੈਂ ਕਮੈਂਟ ਕਰਕੇ ਉੱਥੇ ਹੀ ਦੱਸ ਦੂੰਗਾ, ਜਾਂ ਫਿਰ ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਕੇ ਸਾਰੇ ਬੱਚਿਆਂ ਨੂੰ ਵੀ ਪਤਾ ਚੱਲ ਜਾਏਗਾ, ਠੀਕ ਹੈ ਨਾ। ਤਾਂ ਉੱਥੇ ਆਪਾਂ ਡਿਸਕਸ ਕਰ ਲਵਾਂਗੇ। ਤੇ ਥੈਂਕ ਯੂ ਸੋ ਮਚ।